ਸਤਨਾਮ ਵਾਹਿਗੁਰੂ। ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ। ਆਗ ਤੋਹੀ ਮੋਹੀ ਮੋਹੀ ਤੋਹੀ। ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਜਿਸ ਸਮੇਂ ਭਾਈ ਗੁਰਦਾਸ ਸਾਹਿਬ ਜੀ ਤੋਂ ਪਵਿੱਤਰ ਬਾਣੀ ਲਿਖਵਾ ਰਹੇ ਸਨ, ਜਿਵੇਂ ਭਗਤ ਬੇਣੀ ਜੀ ਦਾ ਸ਼ਬਦ ਆਇਆ, ਭਗਤ ਕਬੀਰ ਸਾਹਿਬ ਜੀ ਦਾ, ਭਗਤ ਤਰਲੋਚਨ ਜੀ ਦਾ, ਤਿਵੇਂ ਭਗਤ ਰਵਿਦਾਸ ਸਾਹਿਬ ਜੀ ਦਾ ਸਾਧ ਸੰਗਤ ਜੀ ਪਾਵਨ ਸ਼ਬਦ ਦਰਜ ਕੀਤਾ ਹੈ। ਭਾਵੇਂ ਜਾਤੀ ਦੇ ਚਮਿਆਰ ਸਨ, ਪਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਾਤ ਪਾਤ ਤੋਂ ਉਪਰਾਮ ਕੀਤਾ, ਜਿਨ੍ਹਾਂ ਨੇ ਸੰਸਾਰ ਦੇ ਤਿੰਨਾਂ ਗੁਣਾਂ ਤੋਂ ਅਤੀਤ ਹੋ ਕੇ ਪਰਮੇਸ਼ਰ ਨੂੰ ਯਾਦ ਕੀਤਾ, ਉਹਨਾਂ ਦੀ ਜਾਤ ਪਾਤ ਦੇ ਵੱਲ ਨਹੀਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਦੇਖਿਆ, ਕਿਉਂਕਿ ਪਰਮਾਤਮਾ ਹਿਰਦੇ ਦਾ ਪਿਆਰ ਦੇਖਦਾ ਹੈ, ਨਾ ਕਿ ਕਿਸੇ ਕੋਲ ਬਹੁਤਾ ਧਨ ਹੈ, ਬਹੁਤੇ ਪਦਾਰਥ, ਬਹੁਤੀਆਂ ਜ਼ਮੀਨਾਂ ਜਾਇਦਾਦਾਂ, ਜਾਂ ਫਿਰ ਉੱਚੀ ਕੁਲ ਦੇ ਵੀ ਜਨਮ ਲਿਆ। ਪਰਮਾਤਮਾ ਇਸ ਚੀਜ਼ ਨੂੰ ਦੇਖ ਕਰਕੇ ਕਦੇ ਪ੍ਰਸੰਨ ਨਹੀਂ ਹੁੰਦਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵਾਹਿਗੁਰੂ ਦੇ ਦਰ ਤੇ ਉਹ ਜੀਵ ਪਾਉਂਦਾ ਹੈ ਜਿਸ ਦੇ ਹਿਰਦੇ ਅੰਦਰ ਪਰਮਾਤਮਾ ਦਾ ਸੱਚਾ ਪ੍ਰੇਮ ਹੈ। ਕਿਉਂਕਿ ਮਹਾਰਾਜ ਜੀ ਦੇ ਬਚਨ ਪੜ੍ਹਦੇ ਹਾਂ, ਸਾਚ ਕਹੋ ਸੁਨ ਲੇਹੁ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਭਾਵੇਂ ਨੀਵੀਂ ਜਾਤ ਦੇ ਵੀ ਜਨਮ ਲਿਆ, ਪਰ ਪਰਮੇਸ਼ਰ ਨੂੰ ਯਾਦ ਕਰਕੇ, ਪਰਮਾਤਮਾ ਦੀ ਭਗਤੀ ਕਰਕੇ ਐਸਾ ਜਸ ਰੂਪੀ ਛਤਰ ਪਰਮਾਤਮਾ ਨੇ ਝੁਲਾ ਦਿੱਤਾ ਹੈ। ਹਰ ਕੋਈ ਭਗਤ ਰਵਿਦਾਸ ਜੀ ਨੂੰ ਯਾਦ ਕਰਦਾ ਹੈ। ਬਹੁਤਾਤ ਵਿੱਚ ਭਗਤ ਜਨਾਂ ਦਾ ਜੀਵਨ ਪੜ੍ਹਦੇ ਹਾਂ ਤੇ ਨੀਵੀਂ ਜਾਤ ਦੇ ਵਿੱਚ ਹੀ ਜਨਮ ਲਿਆ। ਉਹ ਸਮੇਂ ਦੌਰਾਨ ਜੋ ਬ੍ਰਾਹਮਣ ਲੋਕ ਸਨ, ਉਹ ਨੀਵੀਂ ਜਾਤ ਵਾਲਿਆਂ ਨੂੰ ਸ਼ੂਦਰ ਜਾਣ ਕੇ ਆਪਣੇ ਨੇੜੇ ਨਹੀਂ ਸਨ ਟੁਕਣ ਦਿੰਦੇ। ਇੱਥੋਂ ਤੱਕ ਕਿ ਉਪਦੇਸ਼ ਵੀ ਕੋਈ ਨਹੀਂ ਸੀ ਦਿੰਦਾ ਕਿ ਕੇਵਲ ਬ੍ਰਾਹਮਣਾਂ ਨੂੰ ਵੇਦਾਂ ਸ਼ਾਸਤਰਾਂ ਦਾ ਪੜ੍ਹਨ ਦਾ ਹੱਕ ਹੈ, ਖੱਤਰੀਆਂ ਨੂੰ ਸੁਣਨ ਦਾ ਹੱਕ ਹੈ। ਸ਼ੂਦਰ ਤੇ ਵੈਸ ਨਾ ਪੜ੍ਹ ਸਕਦੇ ਨਾ ਸੁਣ ਸਕਦੇ ਹੈ। ਜੇ ਕੋਈ ਸੁਣ ਲਵੇ ਤਾਂ ਸਿੱਕੇ ਢਾਲ ਕੇ ਕੰਨਾਂ ਵਿੱਚ ਪਾ ਦਿੱਤੇ ਜਾਂਦੇ। ਜੇਕਰ ਕੋਈ ਰਸਨਾ ਤੋਂ ਕੋਈ ਬੋਲ ਦਿੰਦਾ, ਵੇਦਾਂ ਦਾ ਪਾਠ ਕਰ ਦਿੰਦਾ, ਉਹਦੀ ਜ਼ੁਬਾਨ ਵਿੱਚ ਮੇਖਾਂ ਠੋਕ ਦਿੱਤੀਆਂ ਜਾਂਦੀਆਂ। ਇਸ ਕਰਕੇ ਨੀਵੀਂ ਜਾਤ ਵਾਲਿਆਂ ਦੇ ਨਾਲ ਬੜਾ ਵਿਤਕਰਾ ਕੀਤਾ ਜਾਂਦਾ ਹੈ, ਪਰ ਪਰਮਾਤਮਾ ਕਿਸੇ ਨਾਲ ਵਿਤਕਰਾ ਨਹੀਂ ਕਰਦਾ। ਕਿਸੇ ਵੀ ਜਾਤ ਵਿੱਚ ਜਨਮ ਹੋਇਆ ਹੋਵੇ, ਕਿਸੇ ਵੀ ਮਜ਼ਹਬ ਦਾ ਕੋਈ ਜੀਵ ਹੋਵੇ, ਕਿਸੇ ਵੀ ਧਰਮ ਦਾ ਕੋਈ ਜੀਵ ਹੋਵੇ, ਪਰਮਾਤਮਾ ਹਿਰਦੇ ਦਾ ਪਿਆਰ ਦੇਖਦਾ। ਇਸ ਲਈ ਭਗਤ ਰਵਿਦਾਸ ਜੀ ਭਾਵੇਂ ਚਮਿਆਰ ਜਾਤੀ ਦੇ ਚਮਿਆਰ ਨੇ, ਪਰ ਸਾਧ ਸੰਗਤ ਜੀ ਪਰਮਾਤਮਾ ਦੀ ਭਗਤੀ ਕਰਕੇ ਉਹਨਾਂ ਦਾ ਪ੍ਰਤਾਪ ਹੋਇਆ। ਹਜੂਰ ਦੇ ਬਚਨ ਹਨ, ਜਿਸ ਨੀਚ ਕਉ ਕੋਈ ਨਾ ਜਾਣੈ, ਨਾਮ ਜਪਤ ਉਹ ਚਾਹੋਂ ਕੁੰਟ ਮਾਨੈ। ਪਰਮੇਸ਼ਰ ਦਾ ਨਾਮ ਜਪ ਕੇ ਸਭ ਥਾਵਾਂ ਤੇ ਮੰਨਿਆ ਜਾਂਦਾ ਹੈ ਜੋ ਪਰਮਾਤਮਾ ਦਾ ਨਾਮ ਜਪਦਾ ਹੈ। ਔਰ ਹਜੂਰ ਫਰਮਾਨ ਕਰਦੇ ਹੈ, ਇੱਕ ਚਿਤ ਹੋ ਕੇ ਭਗਤ ਰਵਿਦਾਸ ਜੀ ਜਿਵੇਂ ਸਾਧ ਸੰਗਤ ਇੱਕ ਬੱਚਾ ਆਪਣੇ ਪਿਤਾ ਦੇ ਸਨਮੁਖ ਹੋ ਕਰਕੇ ਬੜੇ ਪਿਆਰ ਦੇ ਨਾਲ ਤੋਤਲੀਆਂ ਜੀਆਂ ਗੱਲਾਂ ਕਰਦਾ ਹੈ, ਪਿਆਰ ਦੇ ਨਾਲ ਆਪਣੇ ਪਿਤਾ ਦੇ ਨਾਲ ਬਚਨ ਕਰਦਾ ਹੈ, ਇਉਂ ਐਸਾ ਰੂਪਕ ਅਲੰਕਾਰ ਬਣਾ ਕੇ ਭਗਤ ਰਵਿਦਾਸ ਜੀ ਨੇ ਸ਼ਬਦ ਉਚਾਰਨ ਕੀਤਾ ਹੈ। ਤੋਹੀ ਮੋਹੀ ਮੋਹੀ ਤੋਹੀ। ਹੇ ਪਰਮਾਤਮਾ, ਆਪ ਜੀ ਵਿੱਚ ਔਰ ਮੇਰੇ ਵਿੱਚ ਮਹਾਰਾਜ ਔਰ ਆਪ ਜੀ ਵਿੱਚ ਅੰਤਰ ਕੈਸਾ। ਮਹਾਰਾਜ ਅੰਤਰ ਕਿਹੋ ਜਿਹਾ ਰਿਹਾ ਹੈ? ਕੋਈ ਅੰਤਰ ਨਹੀਂ ਰਹਿ ਗਿਆ ਹੁਣ, ਕਿਉਂਕਿ ਮਹਾਰਾਜ ਜੋ ਮੇਰੇ ਚਿੱਤ ਦੀ ਬਿਰਤੀ ਹੈ, ਆਪ ਜੀ ਦੇ ਸਰੂਪ ਦੇ ਵਿੱਚ ਮਹਾਰਾਜ ਲੀਨ ਹੋ ਗਈ ਹੈ, ਔਰ ਆਪ ਜੀ ਦਾ ਸਰੂਪ ਮੇਰੀ ਚਿੱਤ ਦੀ ਬਿਰਤੀ ਵਿੱਚ ਲੀਨ ਹੋਇਆ। ਫਿਰ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ। ਮਹਾਰਾਜ ਅੰਤਰ ਕੀ ਰਹਿ ਗਿਆ? ਕੋਈ ਭੇਦ ਤਾਂ ਨਹੀਂ ਨਾ ਰਹਿ ਗਿਆ। ਜੇ ਮੇਰੀ ਸੰਸਾਰਕਾਰ ਬਿਰਤੀ ਹਟ ਕੇ ਬ੍ਰਹਮਾਕਾਰ ਹੋ ਗਈ, ਆਪ ਜੀ ਦਾ ਸਰੂਪ ਬ੍ਰਹਮ ਸਰੂਪ ਹੈ। ਮਹਾਰਾਜ ਮੇਰੇ ਚਿੱਤ ਦੀ ਬਿਰਤੀ ਬ੍ਰਹਮ ਰੂਪ ਹੋ ਗਈ, ਆਪ ਬ੍ਰਹਮ ਸਰੂਪ ਮਹਾਰਾਜ ਮੇਰੀ ਚਿੱਤ ਦੀ ਬਿਰਤੀ ਵਿੱਚ ਲੀਨ ਹੋ ਗਏ, ਇੱਕ ਰੂਪ ਹੋ ਗਏ। ਫਿਰ ਅੰਤਰ ਕੈਸਾ? ਤੇ ਕਿੱਦਾਂ ਦਾ ਭੇਦ ਰਹਿ ਗਿਆ? ਭਾਵ ਕੋਈ ਅੰਤਰਾ ਨਹੀਂ ਰਹਿ ਜਾਣਾ ਕੀਤਾ। ਕਨਕ ਕਟਕ ਜਲ ਤਰੰਗ ਜੈਸਾ। ਇਹ
ਮਹਾਰਾਜ ਜਿਵੇਂ ਕਣਕ ਸੋਨੇ ਦੇ ਬਣੇ ਹੋ ਗਹਿਣੇ ਹੁੰਦੇ ਐ, ਹੁੰਦਾ ਤੇ ਸੋਨਾ ਹੀ ਹੈ, ਪਰ ਜਦੋਂ ਸੁਨਿਆਰਾ ਤਿਆਰ ਕਰਦਾ, ਕੋਈ ਕੜਾ ਬਣਵਾ ਲੈਂਦਾ, ਕੋਈ ਛਾਪ ਛੱਲਾ ਮੁੰਦਰੀ, ਕੋਈ ਗਲ ਦਾ ਹਾਰ ਬਣਵਾ ਲੈਂਦਾ, ਨਾਮ ਉਹਨਾਂ ਦੇ ਵੱਖੋ ਵੱਖਰੇ ਹੋ ਜਾਂਦੇ ਹੈ, ਪਰ ਅਸਲ ਦੇ ਵਿੱਚ ਹੁੰਦਾ ਉਹ ਸੋਨਾ ਹੀ ਹੈ। ਕਣਕ ਕਟਕ ਜਲ ਤਰੰਗ ਜੈਸਾ। ਤੇ ਮਹਾਰਾਜ ਦੂਜੀ ਉਦਾਹਰਣ ਇਹ ਹੈ ਕਿ ਜਿਵੇਂ ਜਲ ਦੀਆਂ ਤਰੰਗਾਂ ਉੱਠਦੀਆਂ ਨੇ, ਲਹਿਰਾਂ ਉੱਠਦੀਆਂ ਨੇ, ਬੁਲਬੁਲੇ ਬਣਦੇ ਆ, ਪਾਣੀ ਤੋਂ ਝੱਗ ਬਣ ਜਾਂਦੀ ਹੈ, ਪਰ ਹੁੰਦਾ ਤੇ ਅਸਲ ਦੇ ਵਿੱਚ ਉਹ ਪਾਣੀ ਹੈ ਨਾ, ਮੂਲ ਰੂਪ ਉਹਦਾ ਪਾਣੀ ਹੈ। ਜਲ ਤੇ ਉਠੇ ਅਨਕ ਤਰੰਗਾ, ਕਹਿੰਦੇ ਕਿ ਪਾਣੀ ਤੋਂ ਬਹੁਤ ਸਾਰੀਆਂ ਤਰੰਗਾਂ ਉੱਠਦੀਆਂ ਨੇ, ਪਰ ਫਿਰ ਜਦੋਂ ਪਾਣੀ ਵਿੱਚ ਉਹ ਸ਼ਾਂਤ ਹੋ ਜਾਂਦੀਆਂ ਨੇ, ਫਿਰ ਉਹ ਪਾਣੀ ਹੀ ਨਜ਼ਰ ਆਉਂਦਾ। ਦੇਖਣ ਵਾਲਾ ਕਹਿੰਦਾ ਕਿ ਬੜੀਆਂ ਵੱਡੀਆਂ ਵੱਡੀਆਂ ਲਹਿਰਾਂ ਉੱਠ ਰਹੀਆਂ ਨੇ, ਤਰੰਗਾਂ ਉੱਠ ਰਹੀਆਂ ਨੇ, ਪਾਣੀ ਦੇ ਬੁਲਬੁਲੇ ਜਾਂ ਝੱਗ ਬਣ ਰਹੀ ਹੈ, ਪਰ ਹੁੰਦਾ ਅਸਲ ਦੇ ਵਿੱਚ ਮਹਾਰਾਜ ਪਾਣੀ ਹੈ। ਜਾਉ ਪੈ ਹਮ ਨਾ ਪਾਪ ਕਰੰਤਾ। ਇਵੇਂ ਮਹਾਰਾਜ ਕਣਕ ਕਟਕ, ਹੇ ਪ੍ਰਮਾਤਮਾ, ਸੋਨੇ ਦੀ ਤਰ੍ਹਾਂ ਮਹਾਰਾਜ ਆਪ ਜੀ ਦਾ ਸ਼ੁੱਧ ਸਰੂਪ ਹੈ, ਔਰ ਜਗਤ ਦੇ ਅਸੀਂ ਜੀਵ ਮਹਾਰਾਜ ਜੋ ਗਹਿਣਿਆਂ ਦੀ ਤਰ੍ਹਾਂ ਹਾਂ। ਜਿੰਨੇ ਵੀ ਸੰਸਾਰ ਦੇ ਜੀਵ ਪੈਦਾ ਕੀਤੇ ਹੈ, ਫਿਰ ਪਾਣੀ ਦੀ ਤਰ੍ਹਾਂ ਆਪ ਜੀ ਦਾ ਮੂਲ ਸਰੂਪ ਹੈ। ਸਾਰੀ ਸ੍ਰਿਸ਼ਟੀ ਨੂੰ ਆਪ ਨੇ ਪੈਦਾ ਕੀਤਾ। ਪਹਿਲਾ ਪਾਣੀ ਜੀਵ ਹੈ, ਜਿਤ ਹਰਿਆ ਸਭ ਕੋਇ। ਪਾਣੀ ਕਰਕੇ ਸਾਰੇ ਜੀਵਾਂ ਦੀ ਉਤਪਤੀ ਹੈ, ਬਨਾਸਪਤ ਦੀ ਹਰਿਆਵਲਤਾ ਪਾਣੀ ਕਰਕੇ ਹੈ। ਤੇ ਮਹਾਰਾਜ ਆਪ ਜੀ ਦਾ ਮੂਲ ਸਰੂਪ ਜੋ ਬ੍ਰਹਮ ਸਰੂਪ ਹੈ, ਪਾਣੀ ਦੀ ਤਰ੍ਹਾਂ ਹੈ। ਫਿਰ ਮਹਾਰਾਜ ਤਰੰਗਾਂ ਨੇ, ਲਹਿਰਾਂ ਨੇ, ਸੰਸਾਰ ਦੇ ਜੀਵ ਆਪ ਨੇ ਪੈਦਾ ਕੀਤੇ ਹਨ। ਜਾਉ ਪੈ ਹਮ ਨਾ ਪਾਪ ਕਰੰਤਾ ਤੇ ਅਹੇ ਅਨੰਤਾ। ਤੇ ਫਿਰ ਪ੍ਰਤੱਖ ਪਰਮੇਸ਼ਰ ਨੇ ਦਰਸ਼ਨ ਦੇ ਕਰਕੇ ਕਹਿੰਦੇ ਬਚਨ ਕੀਤੇ, ਹੇ ਰਵਿਦਾਸ, ਤੂੰ ਸੰਸਾਰ ਦੇ ਅੰਦਰ ਐਸਾ ਕਲਯੁਗੀ ਜੀਵ ਹੈ, ਜਗਤ ਦੇ ਜੀਵ ਜਿਵੇਂ ਪਾਪ ਕਰਦੇ ਹੈ, ਕਹਿੰਦੇ ਕਿ ਪਾਪ ਕਰਮ ਕਰਨ ਵਾਲੇ ਆ, ਫਿਰ ਮੇਰੀ ਬਰਾਬਰਤਾ ਕਿਵੇਂ ਕਰ ਸਕਦੇ? ਤੇ ਕਹਿਣ ਲੱਗੇ ਮਹਾਰਾਜ, ਜੇ ਅਸੀਂ ਪਾਪ ਕਰਮ ਨਾ ਕਰਨਾ ਕਰੀਏ। ਫਿਰ ਇਹ ਪੰਕਤੀ ਪੜੋ ਜੀ। ਜਾਉ ਪੈ ਹਮ ਨਾ ਪਾਪ ਕਰੰਤਾ। ਹੇ ਮਹਾਰਾਜ, ਜੇਕਰ ਅਸੀਂ ਪਾਪ ਕਰਮ ਨਾ ਕਰਨਾ ਕਰੀਏ, ਅਹੇ ਅਨੰਤਾ। ਇਹ ਬੜੇ ਪਿਆਰ ਦੇ ਵਿੱਚ ਆ ਕੇ ਕਹਿਣ ਲੱਗੇ ਮਹਾਰਾਜ, ਅਹੇ ਅਨੰਤਾ। ਤੇ ਆਪ ਜੀ ਦਾ ਆਨੰਦ ਸਰੂਪ ਕਿਵੇਂ ਜਾਣਿਆ ਜਾ ਸਕਦਾ ਹੈ? ਮਹਾਰਾਜ ਜੀ ਦਾ ਕੋਈ ਅੰਤ ਨਹੀਂ ਪੈਂਦਾ। ਆਪ ਜੀ ਦੀ ਸ੍ਰਿਸ਼ਟੀ ਦਾ ਕਿਵੇਂ ਜਾਣਿਆ ਜਾ ਸਕਦਾ ਕਿ ਜਗਤ ਦੇ ਜੀਵ ਪਾਪੀ ਹੈ ਤੇ ਪ੍ਰਮਾਤਮਾ ਪਾਪ ਕਰਮਾਂ ਨੂੰ ਬਖਸ਼ਣ ਵਾਲਾ ਹੈ। ਸ੍ਰਿਸ਼ਟੀ ਭੁੱਲਣਹਾਰ ਹੈ ਤੇ ਪ੍ਰਮਾਤਮਾ ਬਖਸ਼ਣਹਾਰ ਹੈ। ਮਹਾਰਾਜ ਇਹ ਕਿਵੇਂ ਸਮਝ ਆਵੇਗੀ? ਇਹ ਆਪ ਕਿਰਪਾ ਕਰਕੇ ਦੱਸੋ। ਪਤਿਤ ਪਾਵਨ ਨਾਮ ਕੈਸੇ ਹੁੰਤਾ। ਜੇ ਮਹਾਰਾਜ ਅਸੀਂ ਪਤਿਤ ਜੀਵ ਹਾਂ ਤੇ ਤੁਹਾਡਾ ਨਾਮ ਜਪ ਕਰਕੇ ਪਾਵਨ ਪਵਿੱਤਰ ਹੋ ਰਹੇ ਹਾਂ, ਤੇ ਫਿਰ ਕਿਵੇਂ ਹੋਣਾ ਸੀਗਾ? ਇਹ ਤਾਂ ਹੀ ਹੋ ਰਿਹਾ ਨਾ ਕਿ ਜੇ ਅਸੀਂ ਪਤਿਤ ਹਾਂ, ਜਗਤ ਦੇ ਜੀਵ ਅਸੀਂ ਪਾਪ ਕਰਮ ਕਰਦੇ ਪਾਪੀ ਹਾਂ, ਤੇ ਆਪ ਜੀ ਦਾ ਨਾਮ ਪਵਿੱਤਰ ਹੈ, ਪਤਿਤ ਜੀਵਾਂ ਨੂੰ ਵੀ ਪਵਿੱਤਰ ਕਰ ਦਿੰਦਾ। ਕੌਣ ਕੋ ਕਲੰਕ ਰਹਿਓ RAM ਨਾਮ ਲੇਤ ਹੀ, ਪਤਿਤ ਪਵਿੱਤ ਭਏ ਰਾਮ ਕਹਿਤ ਹੀ। ਜਿਨ੍ਹਾਂ ਨੇ ਪ੍ਰਮਾਤਮਾ ਦਾ ਨਾਮ ਜਪਿਆ, ਪਤਿਤ ਪਾਪੀ ਜੀਵ ਵੀ ਪਵਿੱਤਰ ਬਣ ਗਏ ਹੈ। ਹਿਰਦੇ ਕਰਕੇ ਉਹਨਾਂ ਦੀ ਨਿਰਮਲਤਾ ਬਣ ਗਈ ਹੈ, ਹਿਰਦੇ ਕਰਕੇ ਸ਼ੁੱਧਤਾ ਹੋ ਗਈ ਜਿਨ੍ਹਾਂ ਨੇ ਪ੍ਰਮਾਤਮਾ ਆਪ ਜੀ ਦਾ ਨਾਮ ਜਪਿਆ। ਭਗਤ ਰਵਿਦਾਸ ਸਾਹਿਬ ਜੀ ਕਹਿਣ ਲੱਗੇ, ਹੇ ਮਹਾਰਾਜ, ਪਤਿਤ ਪਾਵਨ ਨਾਮ ਕੈਸੇ ਹੁੰਤਾ। ਆਪ ਜੀ ਦਾ ਜੋ ਸ਼੍ਰੋਮਣੀ ਪਵਿੱਤਰ ਨਾਮ ਹੈ, ਮਹਾਰਾਜ ਕਿਵੇਂ ਜਗਤ ਅੰਦਰ ਪ੍ਰਗਟ ਹੋਣਾ ਸੀ? ਜੇ ਆਪ ਜੀ ਦੇ ਮਹਾਰਾਜ ਨਾਮ ਨੂੰ ਪਾਪੀ ਜੀਵਾਂ ਨੇ ਜਪਿਆ, ਉਹਨਾਂ ਦਾ ਉਧਾਰ ਹੋ ਗਿਆ, ਤਾਂ ਹੀ ਮਹਾਰਾਜ ਆਪ ਜੀ ਦੇ ਨਾਮ ਦੀ ਪ੍ਰਸਿੱਧਤਾ ਹੋਈ ਹੈ। ਰਹਾਉ। ਵਿਸ਼ਰਾਮ ਦੇ ਕੇ ਮਹਾਰਾਜ ਫਰਮਾਉਂਦੇ ਹਨ, ਤੁਮ ਜੋ ਨਾਇਕ ਆਛੋ ਅੰਤਰ ਜਾਮੇ। ਹੇ ਪ੍ਰਮਾਤਮਾ, ਸਾਰੀ ਸ੍ਰਿਸ਼ਟੀ ਦੇ ਨਾਇਕ ਆਪ ਜੀ ਮਾਲਕ ਹੋ, ਫਿਰ ਆਪ ਵਿਸ਼ੇਸ਼ ਕਰਕੇ ਸਭ ਜੀਵਾਂ ਦੇ ਛਹੋ ਆਸਰਾ ਰੂਪ ਹੋ ਕਰਕੇ ਸਭ ਜੀਵਾਂ ਦੇ ਅੰਦਰ ਆ ਰਹੇ ਹੋ। ਤੇ ਅੰਤਰਜਾਮੀ ਮਹਾਰਾਜ, ਅਸੀਂ ਅਗਿਆਤ ਜੀਵ ਹਾਂ ਤੇ ਆਪ ਜੀ ਅੰਤਰਜਾਮੀ ਹੋ। ਬਿਨਾਂ ਕਹੇ ਤੋਂ ਆਪ ਜੀ ਮਹਾਰਾਜ ਦਿਲਾਂ ਦੀ ਪਹਿਚਾਣ ਲੈਂਦੇ ਹੋ। ਅੰਤਰਜਾਮੀ ਤੁਹਾਡਾ ਨਾਮ ਤਾਂ ਹੀ ਪਿਆ ਜੇ ਮਹਾਰਾਜ ਸਭ ਜੀਵਾਂ ਦੇ ਦਿਲਾਂ ਦੀ ਜਾਣਦੇ ਹੋ ਤਾਂ। ਮਹਾਰਾਜ ਇਸ ਕਰਕੇ ਆਪ ਜੀ ਸਰਬੱਗ ਹੋ, ਅਸੀਂ ਅਲਪੱਗ ਹਾਂ।
ਮਹਾਰਾਜ ਤਾਂ ਹੀ ਆਪ ਜੀ ਦਾ ਨਾਮ ਅੰਤਰਜਾਮੀ ਪਿਆ ਹੈ। ਪ੍ਰਭ ਤੇ ਜਨ ਜਾਨੀਜੈ। ਫਿਰ ਮਹਾਰਾਜ ਸੱਚੇ ਪਾਤਸ਼ਾਹ ਜਿਵੇਂ ਪ੍ਰਭ ਤੇ ਜਨ ਜਾਨੀਜੈ, ਪ੍ਰਭੂ ਦੀ ਭਗਤੀ ਕਰਨੇ ਕਰਕੇ ਸੰਸਾਰ ਦੇ ਜਨ ਜਾਣੇ ਜਾਂਦੇ ਹਨ। ਜਨ ਤੇ ਸੁਆਮੀ। ਤੇ ਜਨਾਂ ਤੋਂ ਸੁਆਮੀ ਮਾਲਕ ਪਰਮੇਸ਼ਰ ਜਾਣਿਆ ਜਾਂਦਾ ਹੈ। हे ਪ੍ਰਮਾਤਮਾ ਜੀ, ਆਪ ਨੇ ਆਪਣੇ ਭਗਤਾਂ ਨੂੰ ਪੈਦਾ ਕੀਤਾ ਤਾਂ ਹੀ ਮਹਾਰਾਜ ਆਪ ਜੀ ਜਾਣੇ ਜਾ ਰਹੇ ਹੋ। ਜੇ ਆਪ ਨੇ ਭਗਤਾਂ ਨੂੰ ਪੈਦਾ ਕੀਤਾ, ਭਗਤੀ ਕੀਤੀ ਹੈ, ਤਾਂ ਹੀ ਮਹਾਰਾਜ ਆਪ ਜੀ ਦਾ ਨਾਮ ਜਾਣਿਆ ਜਾ ਰਿਹਾ ਹੈ। ਔਰ ਆਪ ਜੀ ਦੀ ਭਗਤੀ ਕਰਕੇ ਮਹਾਰਾਜ ਭਗਤ ਜਾਣੇ ਜਾਂਦੇ ਹੈ ਤੇ ਭਗਤਾਂ ਕਰਕੇ ਪਰਮੇਸ਼ਰ ਮਾਲਕ ਸੁਆਮੀ ਆਪ ਜਾਣੇ ਜਾਂਦੇ ਹੋ। ਸਰੀਰ ਆਰਾਧੈ ਮੋਕਉ ਵਿਚਾਰ ਦੇਹੂ। ਫਿਰ ਮੁਸਕਰਾ ਕੇ ਕਹਿੰਦੇ ਪਰਮੇਸ਼ਰ ਨੇ ਪ੍ਰਤੱਖ ਸਾਖਸ਼ਾਤ ਹੋ ਕਰਕੇ ਬਚਨ ਕੀਤੇ, ਹੇ ਰਵਿਦਾਸ ਮੰਗ ਲੈ, ਕੀ ਮੰਗਣਾ ਚਾਹੁੰਦਾ? ਕਹਿਣ ਲੱਗੇ ਮਹਾਰਾਜ ਸਰੀਰ ਆਰਾਧ ਹੈ, ਜਦੋਂ ਤੱਕ ਮੇਰਾ ਸਰੀਰ ਰਹੇ, ਮੇਰੇ ਸਰੀਰ ਦੇ ਅੰਦਰ ਸਵਾਸ ਚੱਲਦੇ ਰਹਿਣ, ਆਪ ਜੀ ਦੇ ਸਰੂਪ ਦੀ ਆਰਾਧਨਾ ਕਰਦਾ ਰਹਾ, ਐਸੀ ਕਿਰਪਾ ਕਰਕੇ ਦਾਤ ਬਖਸ਼ੋ। ਇੱਕ ਚਿੱਤ ਹੋ ਕੇ ਬੇਨਤੀ ਕਰ ਰਹੇ ਨੇ ਮਹਾਰਾਜ ਸਰੀਰ ਆਰਾਧ ਹੈ ਮੋਕਉ ਵਿਚਾਰ ਦੇਹੂ, ਵਿਚਾਰ ਦੀ ਦਾਤ ਬਖਸ਼ੋ। ਆਪ ਜੀ ਦੇ ਗੁਣਾਂ ਨੂੰ ਵਿਚਾਰਦਾ ਰਹਾ, ਆਪ ਜੀ ਦੇ ਗੁਣਾਂ ਨੂੰ ਯਾਦ ਕਰਦੇ ਰਹੀਏ, ਐਸੀ ਮਹਾਰਾਜ ਸਾਨੂੰ ਬਲ ਬਖਸ਼ੋ, ਐਸੀ ਸਮਰੱਥਾ ਬਖਸ਼ੋ। ਰਵਿਦਾਸ ਸਮਦਲ ਸਮਝਾਵੇ ਕੋ। ਇਸ ਪ੍ਰਕਾਰ ਸਮਾਪਤੀ ਦੀਆਂ ਪੰਕਤੀਆਂ ਵਿੱਚ ਭਗਤ ਰਵਿਦਾਸ ਸਾਹਿਬ ਜੀ ਨੇ ਬਚਨ ਕੀਤਾ, ਹੈ ਪ੍ਰਮਾਤਮਾ ਕਿ ਸਾਨੂੰ ਸਮਝ ਆ ਜਾਵੇ, ਸਾਨੂੰ ਸੋਝੀ ਆ ਜਾਵੇ, ਸਮ ਸਮਾਨ ਆਪ ਜੀ ਦਾ ਸਰੂਪ ਸਭ ਜੀਵਾਂ ਅੰਦਰ ਵਰਤ ਰਿਹਾ ਹੈ। ਸਭ ਜੀਵਾਂ ਅੰਦਰ ਆਤਮਾ ਰੂਪ ਹੋ ਕਰਕੇ ਮਹਾਰਾਜ ਆਪ ਜੀ ਦਾ ਸਰੂਪ ਵਰਤ ਰਿਹਾ ਹੈ। ਐਸੀ ਕਿਰਪਾ ਕਰਕੇ ਸਾਨੂੰ ਦਾਤ ਬਖਸ਼ੋ, ਸਾਡੇ ਹਿਰਦੇ ਅੰਦਰ ਮਹਾਰਾਜ ਸੋਝੀ ਪ੍ਰਾਪਤ ਹੋ ਜਾਵੇ। ਹੇ ਅਕਾਲ ਪੁਰਖ ਪ੍ਰਮਾਤਮਾ, ਐਸਾ ਆਪ ਜੀ ਦਾ ਜੋ ਸੰਸਾਰ ਦੇ ਜੀਵਾਂ ਦੇ ਅੰਦਰ ਆਤਮਾ ਰੂਪ ਹੋ ਕਰਕੇ ਸ਼ਕਤੀ ਵਰਤ ਰਹੀ ਹੈ, ਜੋ ਮਹਾਰਾਜ ਆਪ ਦੇ ਪਿਆਰਿਆਂ ਦੇ ਜਿਹੜੇ ਪੈਣ ਵਾਲੇ ਬੰਧਨ ਹਨ ਉਹਨਾਂ ਨੂੰ ਦਲਣ ਵਾਲੀ ਮਹਾਰਾਜ ਆਪ ਜੀ ਦੀ ਸ਼ਕਤੀ ਹੈ। ਫਿਰ ਆਤਮਾ ਰੂਪ ਹੋ ਕਰਕੇ ਸਭ ਜੀਵਾਂ ਅੰਦਰ ਵਰਤ ਰਹੇ ਹੋ, ਸਭ ਜੀਵਾਂ ਵਿੱਚ ਸਮਾਨ ਆਪ ਜੀ ਦੀ ਜੋਤ ਪ੍ਰਕਾਸ਼ ਕਰ ਰਹੀ ਹੈ। ਐਸੀ ਕਿਰਪਾ ਕਰੋ ਜਦੋਂ ਤੱਕ ਮਹਾਰਾਜ ਸਾਡੇ ਸਰੀਰ ਅੰਦਰ ਪ੍ਰਾਣ ਹਨ, ਆਪ ਜੀ ਦੇ ਸਰੂਪ ਦੀ ਆਰਾਧਨਾ ਕਰਦੇ ਰਹੀਏ। ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਦੀ ਕਿਰਪਾ ਨਾਲ ਇੱਥੋਂ ਤੱਕ ਗੁਰੂ ਸ਼ਬਦ ਦੀ ਵਿਚਾਰ ਆਈ ਹੈ। ਸਾਧ ਸੰਗਤ ਜੀ, ਅੱਜ ਸ੍ਰੀ ਰਾਗ ਦੀ ਜੋ ਸਮਾਪਤੀ ਹੋਈ, ਮਾਝ ਰਾਗ ਦੀ ਪ੍ਰਾਰੰਭਤਾ ਕੱਲ੍ਹ ਨੂੰ ਹੋਵੇਗੀ। ਜੋ ਭਗਤ ਬਾਣੀ ਦੀ ਸਮਾਪਤੀ ਹੋਈ ਹੈ, ਮਹਾਰਾਜ ਕਿਰਪਾ ਕਰਨ, ਪਾਵਨ ਉਪਦੇਸ਼ ਸਾਡੇ ਹਿਰਦਿਆਂ ਵਿੱਚ ਵਸਾਉਣ, ਗੁਰੂ ਬਚਨਾਂ ਦੀ ਕਮਾਈ ਕਰਕੇ ਜੀਵਨ ਸਫਲਾ ਬਣਾ ਸਕੀਏ। ਪਵਿੱਤਰ ਗੁਰਬਾਣੀ ਦੀ ਵਿਚਾਰ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਸੰਗਤ ਬਖਸ਼ਣਹਾਰ ਹੋ। ਅਗਾਹ ਵਾਸਤੇ ਅਸੀਸ ਪਿਆਰ ਬਖਸ਼ਿਸ਼ ਕਰਨਾ, ਦੇਹੋ ਸੱਜਣ ਅਸੀਸੜੀਆ, ਜਿਉ ਹੋਵੈ ਸਾਹਿਬ ਸਿਓ ਮੇਲ। ਸਰੀਰ ਆਰਾਧੈ ਮੋਕਉ ਵਿਚਾਰ ਦੇਹੂ, ਰਵਿਦਾਸ ਸਮਦਲ ਸਮਝਾਵੇ ਕੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।